ਇਉਂ ਮਿੱਠੇ ਬਚਨ ਕਰਦੇ ਹੋਏ ਨਾਨਕ ਜੀ ਸਭ ਦੇ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਅੱਗੇ ਨੂੰ ਜਾ ਰਹੇ ਹਨ। ਗੇ ਆਗੇ ਬੇਦੀ ਕੁਲ ਦੀਪਾ ਜਹ ਜਨ ਪਾਈ ਮੋਖ ਸਮੀਪਾ। ਇਸ ਤਰ੍ਹਾਂ ਸਮੀਪਾ ਮੁਕਤੀ ਆਪਾਂ ਜੋੜੀ ਤੋਂ ਸ਼ੁਰੂ ਕੀਤਾ ਹੈ ਨਾ। ਪਿੱਛੇ ਨਾਮ ਦੇ ਨਾਲ ਮੁਕਤ ਹੋਏ, ਨਾਮ ਦੇ ਵਿੱਚ ਮਿਲੇ ਹੋਏ ਲੋਕ, ਔਰ ਗੁਰੂ ਪਿਆਰਿਓ ਉਦੋਂ ਬਾਅਦ ਸਨ ਅਗਲੇ ਮੁਕਤ ਹੋਏ ਜਿਹੜੇ ਸਰੂਪ ਦੀ ਮੁਕਤੀ ਹੈ, ਭਾਵ ਆਪਣੇ ਆਪੇ ਵੀ ਸਮਾ ਚੁੱਕੇ ਸਨ ਜਿਹੜੇ। ਤੇ ਅਗਲੀ ਮੁਕਤੀ ਹੈ ਸਮੀਪਤਾ ਦੀ, ਭਾਵ ਜਿਨ੍ਹਾਂ ਨੇ ਪਰਮੇਸ਼ਰ ਦੀ ਸਮੀਪਤਾ ਨੇੜਾ ਪ੍ਰਾਪਤ ਕੀਤਾ ਹੈ, ਹੁਣ ਉੱਥੇ ਪਹੁੰਚ ਗਏ ਜੀ। ਤੇਹ ਕੀ ਮਹਿਮਾ ਕੌਣ ਉਚਰਹੀ ਜੇ ਸਦੀਵ ਦਰਸ਼ਨ ਅਨਸਰਹੀ। ਹਾਂ, ਕਹਿੰਦੇ ਉਹਨਾਂ ਦੀ ਮਹਿਮਾ ਤਾਂ ਕੌਣ ਕਰ ਸਕਦਾ ਜਿਨ੍ਹਾਂ ਨੂੰ ਸਮੀਪ ਮੁਕਤੀ ਪ੍ਰਾਪਤ ਹੋ ਗਈ ਆ, ਜਿਹੜੇ ਹਮੇਸ਼ਾ ਦਰਸ਼ਨ ਕਰਦੇ ਹਨ। ਸਾਵਨ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮੰਤਾ ਰੱਤਾ ਸੱਚ ਰੰਗ ਇੱਕੋ ਨਾਮ ਉਧਾਰ। ਇਸ ਤਰ੍ਹਾਂ ਉਹ ਜੀਵ ਇਸਤਰੀ ਜਿਹੜੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਹੀ ਜੁੜ ਚੁੱਕੀ ਹੈ, ਸਮੀਪਤਾ ਪ੍ਰਾਪਤ ਹੋ ਗਈ ਹੈ। ਤਿਨ ਕੀ ਸੋਭਾ ਕਿਆ ਗਣੀ ਜੇ ਪਰਮੇਸ਼ਰ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ। ਸਾਵਣ ਦੇ ਮਹੀਨੇ ਵਿੱਚ ਬਹੁਤ ਸਾਰੀਆਂ ਜੀਵ ਇਸਤਰੀਆਂ ਮਾਲਕਾਂ ਤੋਂ ਵਿਛੜੀਆਂ ਵੀ ਹੁੰਦੀਆਂ ਅਤੇ ਮਾਲਕ ਨਾਲ ਮਿਲੀਆਂ ਵੀ ਹੁੰਦੀਆਂ। ਇਸੇ ਤਰ੍ਹਾਂ ਇਹ ਮਨੁੱਖਾ ਜੀਵਨ ਮਾਨੋ ਸਾਵਣ ਦਾ ਮਹੀਨਾ ਹੈ ਅਤੇ ਸਾਡੇ ਜੀਵ ਰੂਪੀ ਇਸਤਰੀਆਂ ਵਿੱਚੋਂ ਕੋਈ ਮਿਲੇ ਹੋਏ ਆ, ਕੋਈ ਵਿਛੜੇ ਹੋਏ ਹਨ। ਤੇ 12 ਮਾਹਾਂ ਦੇ ਵਿੱਚ ਕਹਿੰਦੇ ਹਨ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਲ ਮਿਲਾ ਲਿਆ ਉਹਨਾਂ ਦਾ ਕਿਆ ਕਹਿਣਾ। ਭਾਈ ਸੰਤੋਖ ਸਿੰਘ ਕਵੀ ਕਹਿੰਦੇ ਉਹਨਾਂ ਦੀ ਕਿਆ ਸਿਫਤ ਕਰੀਏ ਜਿਹੜੇ ਮਾਲਕ ਦੀ ਸਮੀਪ ਮੁਕਤੀ ਨੂੰ ਪ੍ਰਾਪਤ ਕਰ ਚੁੱਕੇ ਹਨ। ਤਹ ਜਬ ਪਹੁੰਚੇ ਦੀਨਾ ਨਾਥੂ ਉਠ ਕਰ ਸਰਬ ਮਿਲੇ ਹਿਤ ਸਾਥੂ। ਜਦੋਂ ਉੱਥੇ ਧੰਨ ਗੁਰੂ ਨਾਨਕ ਦੇਵ ਜੀ ਪਹੁੰਚੇ ਤਾਂ ਸਾਰਿਆਂ ਨੇ ਉੱਠ ਕਰਕੇ ਨਮਸਕਾਰ ਕੀਤੇ ਹੈ। ਪੁਨ ਆਵਾ ਸ੍ਰੀ ਪ੍ਰਭ ਦਰਬਾਰਾ ਕੋਟ ਸੂਰ ਸਮ ਜਗਮਗ ਕਾਰਾ। ਉਸ ਤੋਂ ਅੱਗੇ ਪਹੁੰਚ ਗਏ, ਹੁਣ ਆ ਗਿਆ ਉਹ ਮੇਨ ਸਥਾਨ ਸੱਚਖੰਡ, ਜਿੱਥੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਰਿਹਾ ਹੈ ਜੀ। ਮਰਕਤ ਪਦਮ ਰਾਗ ਸ਼ਬ ਭਾਰੀ ਮੀਨਾਕਾਰ ਜਹਾਂ ਗਚਕਾਰੀ। ਕਹਿਣ ਲੱਗੇ ਜਿੱਥੇ ਬੜੀ ਮੀਨਾਕਾਰੀ ਕੀਤੀ ਹੋਈ ਹੈ ਅਨੇਕਾਂ ਤਰ੍ਹਾਂ ਦੇ, ਜਿਹਦੇ ਵਿੱਚ ਹੀਰੇ ਜਵਾਹਰਾਤ ਪੰਨੇ ਨੀਲਮ ਲਾਲ ਮਣੀਆਂ ਆਦਿ ਜੜੇ ਹੋਏ ਹਨ। ਫਾਟਕ ਫਟਕ ਪਰਵਾਲਣ ਥੰਬਾ ਜਨ ਬਿਲੋਕ ਮਨ ਹੋਤ ਅਚੰਬਾ। ਔਰ ਜਿਸ ਬਿਲਡਿੰਗ ਦੇ ਥੰਮ ਮਾਨੋ ਸੋਨੇ ਦੇ ਬਣੇ ਹੋਏ ਹਨ, ਔਲ ਬਲੌਰ ਦੇ ਜਿਹੜੇ ਗੁੱਲੀਆਂ ਉਹਨਾਂ ਨੂੰ ਲੱਗੀਆਂ ਹੋਈਆਂ ਚਮਕਦੀਆਂ ਹਨ, ਹੈਰਾਨ ਕਰਨ ਵਾਲੀਆਂ। ਹਰਤ ਮਣਨ ਮਾਣਕ ਵਿੱਚ ਹੀਰੇ ਬਿਰਚੇ ਕੋਰ ਕਾਢ ਸੁੱਠ ਚੀਰੇ। ਔਰ ਮਾਨੋ ਹਰੇ ਰੰਗ ਦੀਆਂ ਮਣੀਆਂ ਹੀਰੇ ਪੰਨੇ ਮਾਨਕ ਲਾਲ ਰੰਗ ਦੇ ਹੁੰਦੇ ਆ। ਕਹਿਣ ਲੱਗੇ ਜਿਨ੍ਹਾਂ ਨੂੰ ਚੀਰ ਕੇ ਕੋਰਦਾਰ ਬਣਾ ਕੇ ਜੜਿਆ ਹੋਇਆ ਹੈ। ਭਾਵ ਪਰਮੇਸ਼ਰ ਦੇ ਸੱਚਖੰਡ ਦੀ ਮਹਿਮਾ ਜਿਹੜੀ ਆ ਕੋਈ ਕਰ ਨਹੀਂ ਸਕਦਾ। ਭਾਈ ਸਾਹਿਬ ਜੀ ਨੇ ਕੁਝ ਸੁੰਦਰ ਵਸਤੂਆਂ ਨੂੰ ਨਾਲ ਲੈ ਕਰਕੇ ਉਸ ਪਰਮੇਸ਼ਰ ਦੇ ਸੱਚਖੰਡ ਦੀ ਸਿਫਤ ਦੱਸਣੀ ਕੀਤੀ ਹੈ। ਬੜੀ ਸੁੰਦਰਤਾ ਹੈ, ਇਸੇ ਕਰਕੇ ਇੱਕ ਸ਼ਬਦ ਵਰਤਿਆ ਜਾਂਦਾ ਹੈ ਸਤਿਅਮ ਸ਼ਿਵਮ ਸੁੰਦਰਮ। ਪਰਮੇਸ਼ਰ ਸੱਚ ਹੈ, ਪਰਮੇਸ਼ਰ ਸ਼ਕਤੀਆਂ ਦਾ ਮਾਲਕ ਹੈ, ਪਰਮੇਸ਼ਰ ਸੁੰਦਰਤਾ ਦਾ ਘਰ ਹੈ। ਤਾਂ ਉਸ ਦਾ ਘਰ ਵੀ ਇੱਦਾਂ ਹੀ ਬੜਾ ਸੁੰਦਰ ਹੈ। ਮੁਕਤਾ ਮਾਲਣ ਝਾਲਰ ਚਾਈ ਦੂਸਰ ਦਿਪੈ ਤਿਨਹ ਕੀ ਨਿਆਈ। ਔਰ ਜਿਸ ਦੇ ਗੇਟਾਂ ਤੇ ਮੋਤੀਆਂ ਦੀਆਂ ਲੜੀਆਂ ਦੀਆਂ ਝਾਲਰਾਂ ਲਮਕ ਰਹੀਆਂ ਹਨ, ਗੁਰੂ ਪਿਆਰੋ ਝਮਕ ਰਹੀਆਂ ਹਨ, ਲਿਸ਼ਕਾਰੇ ਮਾਰ ਰਹੀਆਂ ਹਨ। ਮਾਨੋ ਚੀਰ ਪਰੋਜਨ ਰਚੇ ਸਰੋਜਾ ਜਿਨ ਬਲੋਕ ਲਜਾਏ ਮਨੋਜਾ। ਔਰ ਇਹਨਾਂ ਦੇ ਵਰਗੀ ਹੋਰ ਕੋਈ ਵਸਤੂ ਭਾਈ ਸਾਹਿਬ ਜੀ ਕਹਿੰਦੇ ਮੈਨੂੰ ਦੁਨੀਆ ਵਿੱਚ ਦਿਸਦੀ ਨਹੀਂ, ਜਿਨ੍ਹਾਂ ਨੂੰ ਚੀਰ ਕਰਕੇ ਇਹਨਾਂ ਮੋਤੀਆਂ ਦੀਆਂ ਲੜੀਆਂ ਵਿੱਚ ਪਰੋਇਆ ਹੋਇਆ ਹੈ, ਕਮਲ ਦੇ ਫੁੱਲ ਬਣਾ ਕੇ ਲਾਏ ਹੋਏ ਹਨ ਕਿਤੇ। ਇਹ ਚੀਜ਼ਾਂ ਗੁਰੂ ਪਿਆਰਿਓ ਸਤਿਗੁਰਾਂ ਨੇ ਹਰਿਮੰਦਰ ਸਾਹਿਬ ਦੇ ਥੰਮਾਂ ਦੇ ਵਿੱਚ ਵੀ ਜਿਹੜੇ ਪਿੱਲਰ ਹਨ, ਤੁਸੀਂ ਉੱਤੇ ਜਾ ਕੇ ਦੇਖੋਗੇ ਨਾ, ਜਿੱਥੇ ਸ਼ੀਸ਼ੇ ਲੱਗੇ ਹੋਏ ਆ ਪਿੱਲਰਾਂ ਉੱਤੇ, ਜਿੱਥੇ ਪੁਰਾਤਨ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਹੈ। 4 ਛਪੇਰੇ ਕੁਝ ਥੰਮ ਹਨ ਜਿੱਥੋਂ ਪਰਿਕਰਮਾ ਕਰਦੇ ਆਪਾਂ 4 ਛਪੇਰੇ,
ਉਹਨਾਂ ਥੰਮਾਂ ਦੇ ਉੱਤੇ ਕੁਝ ਥਾਵਾਂ ਦੇ ਵਿੱਚ ਸ਼ੀਸ਼ਾ ਲੱਗਿਆ ਹੋਇਆ, ਸੋਨਾ ਨਹੀਂ ਲੱਗਿਆ ਹੋਇਆ। ਜਿਹੜੀ ਉਹਨਾਂ ਸ਼ੀਸ਼ਿਆਂ ਦੇ ਥੱਲੇ ਮੀਨਾਕਾਰੀ ਬਣਾਈ ਹੈ, ਉਹ ਮੀਨਾਕਾਰੀ ਹੀਰਿਆਂ ਪੰਨਿਆਂ ਦੀ ਕਰਵਾਈ ਆ ਉੱਥੇ ਸਤਿਗੁਰਾਂ ਨੇ। ਕਿਉਂਕਿ ਸਤਿਗੁਰ ਕਹਿਣ ਲੱਗੇ ਮੈਂ ਤੁਹਾਨੂੰ ਸੱਚਖੰਡ ਦਾ ਨਕਸ਼ਾ ਹੀ ਇੱਥੇ ਲਿਆ ਕੇ ਦਿੰਦਾ ਹਾਂ। ਵਾਕਿਆ ਹੀ ਮਾਤ ਲੋਕ ਦੇ ਵਿੱਚ ਹੀ ਗੁਰੂ ਅਰਜਨ ਸੱਚਖੰਡ ਉਤਾਰਨਾ ਕੀਤਾ। ਤੋ ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਉੱਥੇ ਪਿੱਲਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਹੀਰੇ ਪੰਨੇ ਜਵਾਹਰਾਤ ਫਰੋਜੇ ਆਦਿ ਚੀਰ ਚੀਰ ਕੇ, ਕਿਧਰੇ ਕਮਲ ਦਾ ਫੁੱਲ ਬਣਾ ਕੇ, ਕਿਧਰੇ ਹੋਰ ਰੰਗਦਾਰ ਚੀਜ਼ਾਂ ਪਾ ਕੇ ਬਣਾਏ ਹੋਏ ਹਨ। ਮੇਚ ਕਮਣ ਕੇ ਭ੍ਰਿੰਗ ਬਣਾਏ, ਰਚੇ ਰੁਚਰ ਸਭ ਕੌਣ ਗਵਾਏ। ਕਾਲੀਆਂ ਮਣੀਆਂ ਦੇ ਭੋਰੇ ਬਣਾ ਕੇ ਫਿੱਟ ਕੀਤੇ ਹੋਏ ਨੇ, ਇੰਨੇ ਸੁੰਦਰ ਕਿ ਉਹਨਾਂ ਦੀ ਛੱਬੀ ਨੂੰ ਕੌਣ ਗਿਆਨ ਕਰ ਸਕਦਾ ਹੈ ਜੀ। ਬੀਜ ਵਿਚਿਤ੍ਰ ਬਿਤਾਨ ਬਨਾਵਾ, ਲਗੀ ਡੋਰ ਮਖਤੂਲ ਸੁਹਾਵਾ। ਔਰ ਉਸ ਬਿਲਡਿੰਗ ਦੇ ਸੈਂਟਰ ਦੇ ਵਿੱਚ ਇੱਕ ਚੰਦੋਆ ਤਣਿਆ ਹੋਇਆ ਹੈ, ਜਿਸ ਨੂੰ ਮਖਤੂਲ ਰੇਸ਼ਮ ਦੀਆਂ ਡੋਰੀਆਂ ਲੱਗੀਆਂ ਹਨ। ਸੱਚਖੰਡ ਕੀ ਉਪਮਾ ਜੋਈ, ਉਚਰ ਸਕੈ ਅਸ ਕਵੀ ਨਹੀਂ ਕੋਈ। ਔਰ ਭਾਈ ਸਾਹਿਬ ਜੀ ਕਹਿੰਦੇ ਸੱਚਖੰਡ ਦੀ ਮਹਿਮਾ ਜਿਹੜੀ ਹੈ ਮੈਂ ਪੂਰੀ ਨਹੀਂ ਕਰ ਸਕਦਾ। ਕਿਹੜੇ ਕਵੀ ਦੇ ਵਿੱਚ ਤਾਕਤ ਹੈ ਕਿ ਇਹ ਗੱਲ ਪੂਰੀ ਕਰ ਸਕੇ ਜੇ। ਜਹ ਕੁੰਠਤ ਹਵੈ ਹੈ ਮਨ ਬਾਨੀ, ਕੈਸੇ ਪਰ ਤਾਸ ਗਤ ਜਾਨੀ। ਜਿੱਥੇ ਜਾ ਕੇ ਸਾਡਾ ਬੋਲਣਾ ਬੰਦ ਹੋ ਜਾਂਦਾ ਹੈ, ਕੁੰਠਤ ਹੁੰਦਾ ਹੈ ਬੰਦ ਹੋ ਜਾਣਾ, ਜਿੱਥੇ ਜਾ ਕੇ ਸਾਡਾ ਮਨ ਇਕੱਠਾ ਹੋ ਜਾਂਦਾ ਹੈ, ਜਿੱਥੇ ਅਸੀਂ ਸੁੰਨ ਬੁੰਨ ਹੋ ਜਾਂਦੇ ਹਾਂ, ਉੱਥੇ ਜਾ ਕੇ ਅਸੀਂ ਉਹ ਜਗ੍ਹਾ ਦੀ ਫਿਰ ਸਿਫਤ ਕਿਵੇਂ ਕਹਿ ਸਕਦੇ ਹਾਂ। ਮਨ ਠਹਿਰਾਵਣ ਹੇਤ ਸੁਖਾਰੇ, ਕਹੋਂ ਰਚਰਤਾ ਕਸ਼ਕ ਸੁਧਾਰੇ। ਇੱਥੇ ਭਾਈ ਸਾਹਿਬ ਆਪਣੀ ਗੱਲ ਸੱਚੀ ਬਿਆਨ ਕਰਦੇ ਹੈ ਕਿ ਬਸ ਮਨ ਨੂੰ ਕੁਝ ਸਮਝਾਉਣ ਵਾਸਤੇ, ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆਨ। ਕਹਿੰਦੇ ਮੈਂ ਉਹ ਸੱਚਖੰਡ ਦੀ ਪੂਰੀ ਮਹਿਮਾ ਨਹੀਂ ਕਰ ਸਕਦਾ। ਇਹ ਤਾਂ ਓਨਲੀ ਤੁਹਾਨੂੰ ਥੋੜਾ ਜਿਹਾ ਇਸ਼ਾਰਾ ਦਿੱਤਾ ਹੈ ਬਈ ਇੱਦਾਂ ਦੀ ਸੁੰਦਰ ਝਾਕੀ, ਇੱਦਾਂ ਦਾ ਸੁੰਦਰ ਸੱਚਖੰਡ ਜੋ ਉੱਥੇ ਨਾਨਕ ਦੇ ਮਹਾਰਾਜ ਜੀ ਪਹੁੰਚੇ ਹਨ। ਸਮਝ ਸਿਆਮ ਮਨ ਰੰਗ ਅਨੇਕਾ, ਪਦਮ ਰਾਗ ਕੋ ਕਰੈ ਵਿਵੇਕਾ। ਔਰ ਹਾਲੀਆਂ ਹਰੀਆਂ ਕਾਲੇ ਰੰਗ ਦੀਆਂ ਮਣੀਆਂ, ਲਾਲ ਮਣੀਆਂ ਜਿਹੜੀਆਂ ਹਨ, ਇਹਨਾਂ ਨੂੰ ਸੁਧਾਰ ਕਰਕੇ ਇਹਨਾਂ ਦੇ ਵਿੱਚ ਫਿੱਟ ਕੀਤਾ ਹੈ। ਪਰਚਰ ਚਰ ਕੀਏ ਹਜ਼ਾਰ ਮਜ਼ਾਰੀ, ਅਦਭੁਤ ਦੇਖਤ ਹੈ ਮਨ ਹਾਰੀ। ਔਰ ਜਿਹੜਾ ਉੱਥੋਂ ਦਾ ਵਿਹੜਾ ਸੱਚਖੰਡ ਦੇ ਨੇੜ ਦਾ ਆਸੇ ਪਾਸੇ ਦਾ, ਉਹਦੇ ਵਿੱਚ ਵੀ ਹੀਰੇ ਜਵਾਹਰਾਤ ਜੜੇ ਹੋਏ ਹਨ, ਅਦਭੁਤ ਮਨ ਨੂੰ ਮੋਹ ਲੈਣ ਵਾਲੇ ਜੀ। ਮਦ ਸਿੰਘਾਸਣ ਸੁੰਦਰ ਸੋ ਹੈ, ਭਾਨ ਅਨੇਕ ਨਾ ਪਟੰਤਰ ਕੋ ਹੈ। ਔਰ ਵਿਚਾਲੇ ਸੈਂਟਰ ਦੇ ਵਿੱਚ ਕਰਕੇ ਉਹ ਸੱਚਖੰਡ ਦੇ ਵਿੱਚ ਇੱਕ ਪਲੰਘਾ ਸਜਾਇਆ ਹੈ, ਜਿਸ ਦੇ ਵਰਗਾ ਦੁਨੀਆ ਵਿੱਚ ਕੋਈ ਨਹੀਂ। ਇੰਨਾ ਸੁੰਦਰ ਪਲੰਘਾ, ਮਾਨੋ ਜਿਵੇਂ ਚਮਕਦੇ ਸੂਰਜ ਤੇ ਹੀ ਕੋਈ ਬੈਠਾ ਹੋਵੇ। ਉਹ ਪਲੰਘਾ ਵੀ ਸੂਰਜ ਦੀ ਨਿਆਈ ਚਮਕਦਾ ਹੈ। ਸਦਾ ਸੱਚ ਦਾ ਆਨੰਦ ਕਿਰਪਾਲਾ, ਤੇ ਪਰ ਬੈਠੇ ਸੁਖ ਦਾ ਅਕਾਲਾ। ਉਸ ਪਲੰਘ ਦੇ ਉੱਪਰ ਸੁਖ ਦੇਣ ਵਾਲੇ ਅਕਾਲ, ਜਿਹੜੇ ਕਦੇ ਕਾਲ ਦੇ ਵਿੱਚ ਆਉਣ ਵਾਲੇ ਨਹੀਂ, ਕਾਲ ਦੇ ਕਾਲ ਅਕਾਲ ਰੂਪ ਪਰਮੇਸ਼ਰ ਬਿਰਾਜਮਾਨ ਹਨ। ਬ੍ਰਿੰਦ ਤੜਤ ਕੀ ਛਟਾ ਸਮੇਟੀ, ਜਨ ਸੋ ਹੈ ਕਾਨ ਘਟਾ ਸਹੇਟੀ। ਔਰ ਜਿੱਧਰ ਉਹ ਝਾਕਦੇ ਹੈ, ਜਦ ਉਹਨਾਂ ਦਾ ਸਰੂਪ ਇੱਧਰ ਉੱਧਰ ਦੇਖਦੇ ਹਨ ਉਹ, ਤਾਂ ਮਾਨੋ ਉਹਨਾਂ ਦੇ ਚਿਹਰੇ ਤੋਂ ਲਿਸ਼ਕੋਰਾਂ ਪੈਂਦੀਆਂ ਹੈ, ਜਿਸ ਤਰ੍ਹਾਂ ਬੱਦਲਾਂ ਚੋਂ ਅਸੀਂ ਬਿਜਲੀ ਚਮਕਦੀ ਵੇਖਦੇ ਹਾਂ। ਜਨ ਰਵ ਬਿਦ ਬੋ ਹਵੈ ਕਠਾਈ, ਨੀਲ ਮਣਨ ਗਿਰ ਲੀਨ ਉਚਾਈ। ਔਰ ਇਤਨੀ ਸੁੰਦਰਤਾ, ਇੱਕ ਬੱਦਲ ਦੀ ਬਿਜਲੀ ਨਹੀਂ ਆਪਾਂ ਤੋਂ ਝੱਲੀ ਜਾਂਦੀ, ਉੱਥੇ ਹਜ਼ਾਰਾਂ ਬੱਦਲਾਂ ਚੋਂ ਨਿਕਲਣ ਵਾਲੀਆਂ ਬਿਜਲੀਆਂ ਦੀ ਰੋਸ਼ਨੀ ਪੈ ਰਹੀ ਹੈ। ਔਰ ਮਾਨੋ ਸੂਰਜ ਚੰਦ ਇਕੱਠੇ ਹੋ ਗਏ ਹੋਣ, ਨੀਲੀਆਂ ਮਣੀਆਂ ਦਾ ਮਾਨੋ ਪਹਾੜ ਉਠਾ ਕੇ ਲਿਆਂਦਾ ਹੋਵੇ ਕਿਸੇ ਨੇ। ਪਦ ਅਰਬਿੰਦ ਮ੍ਰਿਦਲ ਅਰਨਾਰੇ, ਸੂਬਾ ਨਖਨ ਸਕਲ ਸਸਹਾਰੇ। ਉਸ ਪਰਮੇਸ਼ਰ ਦੇ ਸੁੰਦਰ ਸਰੂਪ ਦੀ ਕਿਆ ਸਿਫਤ ਕਰੀਏ, ਜਿਨ੍ਹਾਂ ਦੇ ਚਰਨ ਬੜੇ ਸੁੰਦਰ ਲਾਲ ਰੰਗ ਦੇ ਹਨ, ਨਰਮ, ਅਤੇ ਜਿਨ੍ਹਾਂ ਦੇ ਨੌ ਜਿਹੜੇ ਹਨ ਉਹ ਵੀ ਮਾਨੋ
ਚੰਦਰਮਾ ਦੀਆਂ ਟੁਕੜੀਆਂ ਲਾਈਆਂ ਹੋਣ ਜਿਵੇਂ। ਬਸੈ ਸਦੀਵ ਮੁਨੀ ਮਨ ਜੋਗੀ ਧਰੈ ਸਮਾਧ ਧਿਆਨ ਰਸ ਭੋਗੀ। ਉਹ ਪਰਮੇਸ਼ਰ ਜਿਹੜਾ ਸਦਾ ਆਪਣੇ ਜੋਗੀਆਂ ਦੇ ਭਾਵ ਨਾਮ ਜਪਣ ਵਾਲਿਆਂ ਦੇ ਨਾਮ ਨਾਲ ਜੁੜਨ ਵਾਲਿਆਂ ਦੇ ਹਿਰਦੇ ਵਿੱਚ ਵਸਦਾ ਹੈ, ਉਹਨਾਂ ਦੇ ਧਿਆਨ ਵਿੱਚ ਵਸਦਾ ਜਿਹੜਾ। ਨੂਪਰ ਮਣੀ ਮਏ ਬਨੇ ਮਨੋਗਾ ਜਿਨ ਕੇ ਸ਼ਬਦ ਸੁਖਤ ਤਿਹ ਲੋਗਾ। ਔਰ ਉਥੋਂ ਮਿੱਠੀ ਮਿੱਠੀ ਝਨਕਾਰ ਆ ਰਹੀ ਹੈ, ਮਾਨੋ ਲੱਗਦਾ ਉਹਨਾਂ ਦੇ ਪੈਰਾਂ ਦੇ ਵਿੱਚ ਕੋਈ ਮਣੀਆਂ ਰੂਪੀ ਸੁੰਦਰ ਝਾਂਜਰਾਂ ਬੰਨੀਆਂ ਹੋਈਆਂ, ਜਿਨ੍ਹਾਂ ਦੀ ਆਵਾਜ਼ ਤਿੰਨਾਂ ਲੋਕਾਂ ਨੂੰ ਸੁੱਖ ਦੇਣ ਵਾਲੀ ਹੈ। ਉਸੇ ਚੀਜ਼ ਨੂੰ ਸਤਿਗੁਰਾਂ ਨੇ ਅਨਹਦ ਵਾਜੇ ਵੀ ਕਿਹਾ, ਜੋ ਮਨੁੱਖ ਨੇ ਆਪਣੇ ਅੰਦਰੋਂ ਸੁਣਨੇ ਹਨ। ਇੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਇੱਕ ਸੱਚਖੰਡ ਉੱਥੇ ਜਿੱਥੇ ਕਿਤੇ ਗੁਰੂ ਨਾਨਕ ਦੇਵ ਜੀ ਗਏ ਨੇ, ਤੇ ਤੀਜਾ ਸੱਚਖੰਡ ਹਰੇਕ ਮਨੁੱਖ ਦੇ ਅੰਦਰ ਵੀ ਬਣਾਇਆ ਹੋਇਆ ਦਿਮਾਗ ਦੇ ਵਿੱਚ। ਜਦੋਂ ਇਹ ਜੀਵ ਆਤਮਾ ਉੱਥੇ ਪਹੁੰਚਦੀ ਹੈ ਤਾਂ ਵਾਜੇ ਪੰਜ ਸ਼ਬਦ ਤਿੱਤ ਘਰ ਸੁਭਾਗੇ ਕਲਾ ਜਿੱਤ ਕਰ ਧਾਰੀਆ। ਉੱਥੇ ਅਨਹਦ ਵਾਜੇ ਵੱਜਦੇ ਹਨ, ਉੱਥੇ ਤਰ੍ਹਾਂ ਤਰ੍ਹਾਂ ਦੇ ਆਨੰਦ ਦੇਣ ਵਾਲੇ ਵਾਜੇ ਵੱਜਦੇ ਹਨ, ਪਰ ਸ਼ਰਤ ਹੈ ਕਿ ਜਿਨ੍ਹਾਂ ਨੇ ਨਾਮ ਵਾਲੀ ਕਲਾ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ। ਤਾਂ ਉੱਥੇ ਬੜੇ ਬਰੀਕ ਬਰੀਕ ਘੁੰਗਰੂਆਂ ਵਾਂਗੂ ਮਿੱਠੀ ਮਿੱਠੀ ਆਵਾਜ਼ ਆ ਰਹੀ ਹੈ। ਸੁੰਦਰ ਜੰਗ ਸਰਸ ਕਦਲੀ ਕੀ ਚਲਤ ਲਲਤ ਗਤ ਭਾਵਤ ਜੀ ਕੀ। ਔਰ ਸਰੀਰ ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ ਜੀ ਕਹਿੰਦੇ, ਸੁੰਦਰ ਸਤਿਗੁਰਾਂ ਦੇ ਜੋ ਪੈਰ ਹਨ, ਪੈਰਾਂ ਤੋਂ ਉੱਪਰ ਪਿੰਜਣੀਆਂ ਹਨ, ਮਾਨੋ ਜਿਵੇਂ ਕਿਸੇ ਨੇ ਚੰਦਨ ਦੀਆਂ ਬਣਾਈਆਂ ਹੋਣ, ਇੰਨੀਆਂ ਸੁੰਦਰ। ਪ੍ਰਥਲ ਤੰਬ ਪੀਤ ਕਟ ਧੋਤੀ ਸ਼ੁਦਰ ਘੰਟਕਾ ਮਨ ਮਏ ਮੋਤ ਜੋਤੀ। ਔਰ ਉਸ ਤੋਂ ਗੋਡਿਆਂ ਤੋਂ ਉੱਪਰਲਾ ਸਰੀਰ ਜਿਹੜਾ ਹੈ ਪਾਤਸ਼ਾਹ ਦਾ ਕਹਿੰਦੇ ਉਹ ਵੀ ਬੜਾ ਸੁੰਦਰ ਹੈ। ਔਰ ਲੱਕ ਦੇ ਉੱਪਰ ਵੀ ਬਰੀਕ ਘੁੰਗਰੂ ਬੰਨੇ ਹੋਏ ਹਨ, ਮਣੀਆਂ ਦੇ ਵਿੱਚ ਮਿਲਾ ਕਰਕੇ। ਉਦਰ ਰੇਖ ਤ੍ਰੈ ਨਾਭ ਗੰਭੀਰਾ ਮਨੋ ਭਰਮਰੀ ਜਮਨਾ ਨੀਰਾ। ਔਰ ਫਿਰ ਉੱਪਰ ਪੇੜ ਦੇ ਉੱਤੇ ਧੁੰਨੀ ਦੇ ਲਾਗੇ ਤਿੰਨ ਗੰਭੀਰ ਵੱਟ ਪਏ ਹੋਏ ਹਨ, ਮਾਨੋ ਜਮਨਾ ਸਰਸਵਤੀ, ਇਹ ਤਿੰਨੇ ਨਦੀਆਂ ਇਕੱਠੀਆਂ ਘੁੰਮਦੀਆਂ ਹੋਣ ਇੱਥੇ। ਕਿਦੋਂ ਕਾਮ ਕੋ ਕੂਪ ਸੁਹਾਵਾ ਬਖਸ਼ ਥਲ ਆਇਤ ਸ਼ਬ ਪਾਵਾ। ਇਸ ਤਰ੍ਹਾਂ ਬੜਾ ਸੁੰਦਰ ਸਰੂਪ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਹੈ। ਹਾਥੀ ਹਾਥ ਸਰਬ ਭੁਜ ਦੰਡਾ ਦੁਸ਼ਟਨ ਖੰਡਨ ਕੇ ਬਰ ਭੰਡਾ। ਔਰ ਜਿਹੜੇ ਉਹਨਾਂ ਦੇ ਹੱਥ ਹਨ, ਬਾਹਾਂ ਹਨ, ਹਾਥੀ ਦੀ ਸੁਣਦੀ ਨਿਆਈ ਲੰਮੀਆਂ ਔਰ ਦੁਸ਼ਟਾਂ ਨੂੰ ਖਤਮ ਕਰਨ ਵਾਲੀਆਂ ਹਨ। ਅੰਗਦ ਕਟਕ ਮੁਦਰ ਕਾ ਜੇਈ ਪਹਿਰੇ ਪੇਖਤ ਮਨ ਹਰ ਲਿਆਈ। ਔਰ ਫਿਰ ਅੰਗਦ ਭਾ ਮੋਢਿਆਂ ਤੇ ਬੰਨੇ ਹੋਏ ਜਿਹੜੇ ਗਹਿਣੇ ਹਨ, ਉਹ ਵੀ ਸਭ ਦੇ ਮਨ ਨੂੰ ਮੋਹ ਲੈਣ ਵਾਲੇ ਹਨ। ਕਰ ਕਮਲ ਮੈਂ ਸ਼ਸਤਰ ਸੁਹਾਏ ਜਿਨੈ ਬਲੋਕਤ ਸ਼ਤਰ ਪਲਾਏ। ਔਰ ਹੱਥਾਂ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਸ਼ਸਤਰ ਬਿਰਾਜਮਾਨ ਹਨ, ਫੜੇ ਹੋਏ ਹਨ, ਜਿਨ੍ਹਾਂ ਨੂੰ ਦੇਖ ਕੇ ਦੁਸ਼ਮਣ ਡਰਦੇ ਹੀ ਭੱਜ ਜਾਣ। ਚਾਰ ਪੁਜਾ ਸੋਹਿਤ ਅਤਚਾਰੂ ਉਨਤ ਸਕੰਦ ਬ੍ਰਖਬ ਅਨਹਾਰੂ। ਇਉਂ ਸੁੰਦਰ ਭੁਜਾਂ ਉਹਨਾਂ ਦੀਆਂ ਬੜੀਆਂ ਸੋਹਣੀਆਂ ਲੱਗਦੀਆਂ, ਉੱਚੇ ਮੋਢੇ ਅਤੇ ਲੰਬੀਆਂ ਬਾਹਾਂ। ਪੀਤ ਬਸਾਨ ਜਨ ਪਰਾਤ ਸੋ ਹੈ ਤੜਤਾ ਕੀ ਸ਼ਬ ਕੋ ਜੋ ਮੋਹ ਹੈ। ਔਰ ਫਿਰ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਆ, ਭਾਵ ਪੀਲੇ ਵਸਤਰ ਹਨ। ਅਸਲ ਦੇ ਵਿੱਚ ਜੋਤ ਦਾ ਹੀ ਸਰੂਪ ਖਿੱਚਿਆ ਹੋਇਆ ਸਾਰਾ। ਸਰੀਰ ਤਾਂ ਮਨੁੱਖਾਂ ਦੇ ਕੋਲ ਹੈ, ਪਰਮੇਸ਼ਰ ਦੇ ਕੋਲ ਸਰੀਰ ਨਹੀਂ ਹੈ, ਪਰ ਉਸ ਦਾ ਕੁਝ ਬਿਆਨ ਕੀਤਾ, ਕੁਝ ਸੁੰਦਰਤਾ ਸਾਡੇ ਮਨ ਨੂੰ ਖਿਡਾਉਣ ਵਾਸਤੇ ਭਾਈ ਸਾਹਿਬ ਜੀ ਨੇ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਚਨ ਹੈ ਇੱਥੇ, ਚੱਕਰ ਚਿਹਨੀ ਅਰ ਬਰਨ ਜਾਤੀ ਅਰ ਪਾਤ ਨਾਹਿਨ ਜਿਹੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤੀ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹੋ ਸ਼ਾਹ ਗਹਾਨ ਗਨਿਜੈ ਤ੍ਰੈ ਭਵਨ ਮਹੀਪ ਸੁਰ ਨਾਰੀ ਅਸੁਰ ਨੇਤ ਨੇਤ ਬੰਟਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨ ਸੁਮਤ। ਤਾਂ ਉਸ ਦੇ ਕੰਮਾਂ ਦੇ ਨਾਵਾਂ ਨੂੰ ਲੈ ਕੇ ਸਾਨੂੰ ਜਾਪ ਸਾਹਿਬ ਉਚਾਰਨ ਕੀਤਾ ਹੈ। ਚਲੋ ਖੈਰ,
ਇਹ ਮਨ ਦੀ ਖਿੱਚ ਬਣਾਉਣ ਵਾਸਤੇ, ਜੀਵ ਦੀ ਖਿੱਚ ਬਣਾਉਣ ਵਾਸਤੇ ਭਾਈ ਸੰਤੋਖ ਸਿੰਘ ਕਵੀ ਨੇ ਪਰਮੇਸ਼ਰ ਦਾ ਕੁਝ ਐਸਾ ਸੁੰਦਰ ਸਰੂਪ ਦਾ ਜਿਹੜਾ ਹੈ ਨਕਸ਼ਾ ਬਿਆਨ ਕੀਤਾ ਹੈ ਜੀ। ਔਰ ਪਰ ਬਨੇ ਲਲਤ ਬਨ ਮਾੜਾ, ਕੰਬ ਗਰਾਵ ਤਰੈ ਰੇਖ ਵਿਸਾਲਾ। ਔਰ ਗਲੇ ਦੇ ਵਿੱਚ ਵਜੰਤਰੀ ਮਾਲਾ ਪਹਿਨੀ ਹੋਈ ਹੈ, ਗਰਦਨ ਦੇ ਵਿੱਚ ਸੰਖ ਵਰਗੀਆਂ ਵਿਸ਼ਾਲ ਰਖਾਵਾਂ ਹਨ। ਚਾਰ ਚਬਕ ਉਪਮਾਨ ਬਿਸ਼ੇਕੀ, ਸੋ ਜਾਣ ਜਨ ਨਹਿਣੋਂ ਦੇਖੀ। ਔਰ ਸੁੰਦਰ ਠੋਡੀ ਉਹਦਾ ਕਿਆ ਮੈਂ ਵਰਣਨ ਕਰਾਂ, ਉਹਦੀ ਮਹਿਮਾ ਨਹੀਂ ਕਰ ਸਕਦਾ, ਉਹੀ ਜਾਣਦਾ ਜਿਹਨੇ ਦੇਖੀ ਹੈ। ਅਤ ਸੁੰਦਰ ਮ੍ਰਿਦ ਬੂਲ ਕਪੂਲਾ, ਮੰਦ ਮੰਦ ਮੁਸ਼ਕਿਆਨ ਅਮੂਲਾ। ਔਰ ਉਹਨਾਂ ਦਾ ਸੁੰਦਰ ਚਿਹਰਾ, ਉਹਨਾਂ ਦੇ ਸੁੰਦਰ ਜਿਹੜੇ ਬੁੱਲ ਹਨ, ਹੋਂਠ ਹਨ, ਜਦੋਂ ਥੋੜਾ ਥੋੜਾ ਮੁਸ਼ਕਰਾਉਂਦੇ ਹਨ ਤੇ ਮਨ ਨੂੰ ਮੋਹ ਲੈਂਦੇ ਹਨ। ਕੋਟ ਮਯੰਗਨ ਸਮਮੁਖ ਮੰਡਲ, ਮਕਰਾ ਕ੍ਰੈਤ ਸੁਹਤ ਸਰਤ ਕੁੰਡਲ। ਔਰ ਕਰੋੜਾਂ ਚੰਦਰਮਾ ਤੋਂ ਵੀ ਸੁੰਦਰ ਉਹਨਾਂ ਦਾ ਮੁਖ ਮੰਡਲ, ਬੜਾ ਹੀ ਸੁੰਦਰ ਲੱਗਦਾ ਹੈ ਜੀ। ਉਤਪਲ ਦਲ ਪ੍ਰਫੁੱਲਤ ਲੋਚਨ, ਭਗਤਨ ਕੇ ਤਾਪ ਤ੍ਰੈ ਮੋਚਨ। ਔਰ ਕਮਲ ਦੇ ਪੱਤਿਆਂ ਦੀ ਨਿਆਈ, ਚੌੜੇ ਚੌੜੇ ਨੇਤਰ, ਜਿਹਦੇ ਉੱਤੇ ਕਿਰਪਾ ਦ੍ਰਿਸ਼ਟੀ ਪਾ ਦੇਵੇ, ਤਿੰਨੇ ਤਾਪਾਂ ਦਾ ਖਾਤਮਾ ਕਰ ਦੇਵੇ। ਕਿਰਪਾ ਕਟਾਖਿਆ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਇਸੇ ਤਰ੍ਹਾਂ ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਸੋ ਉਹ ਪਰਮੇਸ਼ਰ ਦੀ ਭਾਵ ਗੁਰੂ ਦੀ ਨਜ਼ਰ ਜਦ ਪੈਂਦੀ ਹੈ ਤਾਂ ਐਸਾ ਸਰੂਪ ਹੋ ਜਾਂਦਾ ਹੈ, ਤਿੰਨਾਂ ਤਾਪਾਂ ਨੂੰ ਖਤਮ ਕਰਨ ਵਾਲਾ। ਕਿਰਪਾ ਕਰੀ ਬਹੁ ਚਾਰ ਚਤੌਨੰ, ਬਾਕੀ ਕੋਰ ਮਹਾ ਸੁਖ ਪਾਉਨੰ। ਔਰ ਇਸ ਤਰ੍ਹਾਂ ਮਹਾਨ ਕਿਰਪਾ ਭਰੀ ਸੁੰਦਰ ਦ੍ਰਿਸ਼ਟੀ ਉਹਨਾਂ ਦੀ ਜਦੋਂ ਗੁਰੂ ਪਿਆਰਿਓ ਸਿੱਖ ਦੇ ਉੱਪਰ ਪੈਂਦੀ ਹੈ ਤੇ ਸੁੱਖਾਂ ਦਾ ਘਰ ਬਖਸ਼ਦੀ ਹੈ। ਮੋਚਕ ਕਚ ਕੁੰਤਲ ਕੁੰਗਰਾਰੇ, ਮਦਪਨ ਕੀ ਦੁਤ ਜਨ ਪੇਖ ਹਾਰੇ। ਔਰ ਲੰਬੇ ਕੇਸ, ਕਾਲੇ ਰੰਗ ਦੇ ਕੁੰਗਰਾਲੇ ਕੇਸ, ਉਹਨਾਂ ਦੇ ਸੁੰਦਰਤਾ ਨੂੰ ਹੋਰ ਵੀ ਚਾਰ ਚੰਦ ਲਾਉਂਦੇ ਹਨ। ਭਾਲ ਬਸਾਲ ਕਰੀਟ ਸੁਹਾਵਾ, ਛਤਰ ਚੰਦਰਮਾ ਦੇਖ ਲਜਾਵਾ। ਔਰ ਮੱਥੇ ਦੇ ਉੱਪਰ ਸੁੰਦਰ ਤਾਂ ਆਪਣਾ ਜਿਹੜਾ ਹੈ ਗੁਰੂ ਪਿਆਰਿਓ ਮੁਕਟ ਪਹਿਨਿਆ ਹੋਇਆ ਹੈ, ਔਰ ਚੰਦਰਮਾ ਵੀ ਦੇਖ ਕੇ ਸ਼ਰਮਾ ਜਾਵੇ ਵੀ ਉਸ ਤੋਂ ਵੀ ਸੁੰਦਰ ਹੈ। ਚੌਰ ਟੁਰਤ ਚਹੁ ਦਿਸ ਤੇ ਚਾਰੂ, ਮਨਹੁ ਭਾਨ ਕਰ ਪ੍ਰਭਾ ਅਪਾਰੂ। ਔਰ ਐਸੇ ਸੁੰਦਰ ਸਰੂਪ ਉੱਪਰ ਸੁੰਦਰ ਚੌਰ ਚੱਲ ਰਹੇ ਹਨ। ਮਹਿਮਾ ਤੇ ਕਹਿ ਕੌਣ ਸਕਾਈ, ਕੋਟ ਸੇਖ ਸਾਰਦ ਸੁਕੋਚਾਈ। ਅਖੀਰ ਤੇ ਭਾਈ ਸੰਤੋਖ ਸਿੰਘ ਕਵੀ ਕਹਿੰਦੇ, ਮੈਂ ਉਹਦੀ ਕਿਆ ਮਹਿਮਾ ਕਰ ਸਕਦਾ। ਉਹਦੀ ਮਹਿਮਾ ਤਾਂ ਇੱਕ ਸ਼ੇਸ਼ ਨਾਗ, ਜਿਸ ਦੇ ਹਜ਼ਾਰ ਮੂੰਹ ਤੇ 2000 ਜੀਭਾਂ ਹੁੰਦੀਆਂ, ਇਹੋ ਜਿਹੇ ਕਰੋੜਾਂ ਸ਼ੇਸ਼ ਨਾਗ, ਸ਼ਾਰਦਾ ਦੇਵੀ ਜਿਹਨੂੰ ਗਿਆਨ ਦੀ ਦੇਵੀ ਵੀ ਕਿਹਾ ਜਾਂਦਾ ਹੈ, ਉਹ ਵੀ ਉਸ ਪਰਮੇਸ਼ਰ ਦੀ ਸਿਫਤ ਪੂਰੀ ਨਹੀਂ ਕਰ ਸਕਦੇ ਜੀ। ਨੇਤ ਨੇਤ ਜਿਹ ਵੇਦ ਪੁਕਾਰਾ, ਸਭ ਕਵ ਕੋ ਵਿਦ ਲਹਿਤ ਨ ਪਾਰਾ। ਔਰ ਵੱਡੇ ਵੱਡੇ ਕਵੀ ਪੰਡਤ ਉਹਦਾ ਅੰਤ ਨਹੀਂ ਪਾ ਸਕਦੇ। ਵੇਦਾਂ ਵਿੱਚ ਵੀ ਉਸ ਨੂੰ ਨਿਤ ਨਵਾਂ ਕਹਿ ਕੇ ਹੀ ਬਿਆਨ ਕੀਤਾ ਗਿਆ ਹੈ, ਕਿਉਂਕਿ ਵਾਕਈ ਆਪਣੇ ਸਰੂਪ ਨੂੰ ਜਿਹੋ ਜਿਹਾ ਚਾਹੇ ਬਣਾ ਸਕਦਾ ਹੈ। ਮੈਂ ਮਤ ਮੰਦ ਕਹਾਂ ਲਗ ਬਰਨੋ, ਸੰਦ ਪਾਰ ਜਿਵ ਕੀਟੀ ਤਰਨੋ। ਵਾਹ ਵਾਹ, ਭਾਈ ਸੰਤੋਖ ਸਿੰਘ ਜੀ ਕਵੀ ਦੇਖੋ ਇੱਥੇ ਸੱਚੀ ਗੱਲ ਕਹਿੰਦੇ ਆ। ਮੇਰੀ ਏਡੀ ਮੱਤ ਨਹੀਂ ਹੈ ਕਿ ਮੈਂ ਉਸ ਪਰਮੇਸ਼ਰ ਦਾ ਜਾਂ ਪਰਮੇਸ਼ਰ ਦੇ ਸੱਚਖੰਡ ਦਾ ਪੂਰਾ ਬਿਆਨ ਕਰ ਸਕਾਂ। ਮੇਰੀ ਤਾਂ ਇੰਨੀ ਕੁ ਮੱਤ ਹੈ, ਜਿਵੇਂ ਕੋਈ ਕੀੜੀ ਭਵਸਾਗਰ ਨੂੰ, ਸਮੁੰਦਰ ਨੂੰ ਪਾਰ ਕਰਨਾ ਚਾਹੇ, ਸਮੁੰਦਰ ਦਾ ਅੰਤ ਪਾਉਣਾ ਚਾਹੇ ਜੀ। ਮਸ਼ਕ ਮੇਰ ਕਿਵ ਸਕੈ ਉਠਾਈ, ਕਿਉ ਨਭ ਅੰਤ ਜੰਤ ਲਗ ਪਾਈ। ਮੱਛਰ ਕਿਵੇਂ ਕਿਸੇ ਪਹਾੜ ਨੂੰ ਹਿਲਾ ਸਕਦਾ ਹੈ? ਮੈਂ ਮੱਛਰ ਦੀ ਨਿਆਈ ਛੋਟਾ ਜਿਹਾ, ਪਰਮੇਸ਼ਰ ਪਹਾੜ ਦੀ ਨਿਆਈ। ਔਰ ਕਿਵੇਂ ਜੀਵ ਆਕਾਸ਼ ਦਾ ਅੰਤ ਪਾ ਸਕਦਾ ਹੈ? ਇਸ ਕਰਕੇ ਸਿੱਖੋ, ਮੈਂ ਤਾਂ ਸਿਰਫ ਤੁਹਾਡੇ ਮਨ ਨੂੰ ਪਰਮੇਸ਼ਰ ਨਾਲ ਜੋੜਨ ਵਾਸਤੇ ਕੁਝ ਮਹਿਮਾ ਕਹੀ ਹੈ, ਪੂਰਾ ਅੰਤ ਨਹੀਂ ਪਾਇਆ ਗਿਆ। ਕਿਉਂਕਿ ਖੁਦ ਨਾਨਕ ਜੀ ਮਹਾਰਾਜ ਜੀ ਵੀ ਕਹਿੰਦੇ ਹੈ, ਕੁਦਰਤ ਕਵਨ ਕਹਾਂ ਵਿਚਾਰ,
ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਉਹਦਾ ਅੰਤ ਨਹੀਂ ਆਉਂਦਾ ਜੀ। ਜੇ ਸਤਾ ਕੇ ਅਜਾ ਅਲੰਬਾ, ਸਿਰਜਤ ਹੈ ਬ੍ਰਹਮੰਡ ਕਦੰਬਾ। ਜਿਸ ਦੀ ਤਾਕਤ ਦੇ ਆਸਰੇ ਇਹ ਮਾਇਆ ਚੱਲਦੀ ਹੈ, ਜਿਸ ਦੇ ਸਮੂਹ ਬ੍ਰਹਿਮੰਡ ਨੂੰ ਸਿਰਜਿਆ ਹੈ। ਲਿਖਿਆ ਨਾ ਪ੍ਰੀਤਮ ਜੀ ਨੇ ਬਾਣੀ ਵਿੱਚ, ਪਾਰ ਬ੍ਰਹਮ ਕੀ ਦੇਹ ਮੋਹ, ਕੋਟਿਕ ਵਿਸ਼ਨ ਮਹੇਸ਼, ਰਵ ਇੰਦਰ ਕਿਤਨੇ ਹੀ ਉਸ ਦੇ ਅੰਦਰ, ਕੋਟ ਇੰਦਰ ਬ੍ਰਹਮਾ ਕਿਤੇ, ਰਵ ਸਸ ਕਰੋੜ ਜਲੇਸ, ਕਰੋੜਾਂ ਹੀ ਇੰਦਰ ਵਰਗੇ। ਦੁਨੀਆ ਤਾਂ ਇੱਕ ਇੰਦਰ ਨੂੰ ਜਾਣਦੀ ਹੈ, ਇੱਕ ਬ੍ਰਹਮਾ ਵਿਸ਼ਨੂੰ ਨੂੰ ਜਾਣਦੀ ਹੈ, ਪਰ ਗੁਰੂ ਪਾਤਸ਼ਾਹ ਬਾਣੀ 'ਚ ਕਹਿੰਦੇ ਹਨ ਪਰਮੇਸ਼ਰ ਦੇ ਵਿੱਚ ਤਾਂ ਇਹੋ ਜਿਹੇ ਅਨੇਕਾਂ ਹੀ ਬ੍ਰਹਿਮੰਡ, ਕਰੋੜਾਂ ਹੀ ਸਮਾਏ ਹੋਏ ਹਨ। ਉਹਦਾ ਅੰਤ ਕੌਣ ਪਾ ਸਕਦਾ ਹੈ ਜੀ। ਏਕ ਰੂਮ ਮੈਂ ਵਿਸ਼ਨ ਅਨੇਕਾ, ਬਿਦ ਸਿਵ ਬਹੁ ਕੂ ਕਰਹਿ ਬਬੇਕਾ। ਵਾਹ ਜੀ ਵਾਹ, ਕਹਿੰਦੇ ਉਹਦੇ ਇੱਕ ਰੋਮ ਦੇ ਵਿੱਚ ਅਨੇਕਾਂ ਹੀ ਬ੍ਰਹਮਾ ਵਿਸ਼ਨੂੰ ਮਹੇਸ਼ ਬੈਠੇ ਹਨ। ਹੁਣ ਆਪਾਂ ਰੋਮ ਲਾ ਲਓ, ਕਿਹੜਾ ਰੋਮ ਪਲਾਵਾਲ ਨਹੀਂ, ਸਾਡਾ ਸਰੀਰ ਇੱਕ ਰੋਮ ਹੈ ਪਰਮੇਸ਼ਰ ਦਾ। ਆਪਣੇ ਸਾਰੇ ਸਰੀਰ ਪਰਮੇਸ਼ਰ ਦੇ ਰੋਮ ਹਨ, ਤੇ ਹਰੇਕ ਸਰੀਰ ਦੇ ਅੰਦਰ, ਇਸ ਕਾਇਆ ਅੰਦਰ ਸਭ ਕੁਛ ਵਸੈ, ਖੰਡ ਮੰਡਲ ਪਾਤਾਲਾ। ਇਸ ਸਰੀਰ ਦੇ ਅੰਦਰ ਇਹ ਸ਼ਬਦ ਜੋ ਲਿਖਿਆ ਸਤਿਗੁਰਾਂ ਨੇ, ਇਹਦੇ ਵਿੱਚ ਸਭ ਕੁਝ ਬਿਆਨ ਕੀਤਾ ਹੈ। ਭਗਤ ਪੀਪਾ ਜੀ ਵੀ ਕਹਿੰਦੇ ਹਨ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤੈ, ਸਤਿਗੁਰ ਹੋਏ ਲਖਾਵੈ। ਉਸ ਪਰਮੇਸ਼ਰ ਦਾ ਕੋਈ ਅੰਤ ਨਹੀਂ, ਉਹ ਬੜਾ ਬੇਅੰਤ ਹੈ। ਅਸੀਂ ਤਾਂ ਇੱਕ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਜਾਣਦੇ ਹੋਵਾਂਗੇ, ਇੱਕ ਇੰਦਰ ਨੂੰ ਜਾਣਦੇ ਹੋਵਾਂਗੇ, ਪਰ ਉਹਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਕਰੋੜਾਂ ਇੰਦਰ ਵਰਗੇ, ਵਿਸ਼ਨੂੰ ਮਹੇਸ਼ ਵਰਗੇ ਬੈਠੇ ਹਨ। ਬ੍ਰਖ ਉਦੰਬਰ ਜਿਉ ਇਹ ਕਾਇਆ, ਲਾਗੇ ਫਲ ਬ੍ਰਹਮੰਡ ਨਕਾਇਆ। ਹਾਂ, ਕਿੱਦਾਂ ਦਾ ਪਰਮੇਸ਼ਰ ਦਾ ਸਰੂਪ, ਜਿਵੇਂ ਆ ਬੋਹੜ ਦਾ ਦਰਖਤ ਹੁੰਦਾ ਹੈ। ਇੱਕ ਬੋਹੜ ਦਾ ਦਰਖਤ ਕਿੱਡਾ ਵੱਡਾ ਹੈ, ਫਿਰ ਉਸ ਬੋਹੜ ਨੂੰ ਜਦੋਂ ਫਲ ਲੱਗਦਾ, ਬੋਹੜ ਬਾਟੀਆਂ ਉਹ ਕਿਤਨੀਆਂ ਹੁੰਦੀਆਂ ਗਿਣਤੀ ਵਿੱਚ। ਫਿਰ ਇੱਕ ਬੋਹੜ ਦੀ ਬਾਟੀ ਵਿੱਚ ਬੋਹੜ ਦੇ ਕਿੰਨੇ ਬੀਜ ਹੁੰਦੇ ਆ। ਅਗਰ ਕੋਈ ਇੱਕ ਬੀਜ ਕਾਮਯਾਬ ਹੋ ਜਾਵੇ ਤੇ ਫਿਰ ਕਿੰਨੇ ਬੋਹੜ ਪੈਦਾ ਕਰ ਸਕਦਾ ਦੁਬਾਰੇ। ਇਸੇ ਤਰ੍ਹਾਂ ਹੀ ਉਹ ਪਰਮੇਸ਼ਰ ਇੱਕ ਐਸੇ ਦਰਖਤ ਦੀ ਨਿਆਈ ਹੈ, ਜਿਸ ਦੀ ਕਾਇਆ ਨੂੰ ਅਨੇਕਾਂ ਫਲ ਰੂਪੀ ਬ੍ਰਹਮੰਡ ਲੱਗੇ ਹੋਏ ਹਨ। ਉਤਪਤ ਪਾਲਣ ਅਰ ਸੰਹਰਤਾ, ਤੀਨ ਦੇਵ ਸਭ ਮਹਿ ਅਸ ਕਰਤਾ। ਔਰ ਇਹਨਾਂ ਤਿੰਨਾਂ ਸ਼ਕਤੀਆਂ ਦੇ ਵਿੱਚ ਉਹ ਪਰਿਪੂਰਨ ਪਰਮੇਸ਼ਰ ਆਪ ਹੀ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣਹਾਰਾ। ਜਾਂ ਇਉਂ ਕਹਿ ਦਿਓ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਅਸੀਂ ਸੋਚਦੇ ਸੀ ਇੰਨੀ ਦੁਨੀਆ ਕਿਵੇਂ ਮਰ ਸਕਦੀ ਹੈ, ਬਾਣੀ 'ਚੋਂ ਪੜ੍ਹ ਲਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਲਿਖਦੇ ਹਨ, ਨੇਕੀ ਕੀਰੀ ਮਹਿਕਲ ਰਾਖੈ, ਭਸਮ ਕਰੈ ਲਸ਼ਕਰ ਕੋਟ ਲਾਖੈ। ਤੇ ਅੱਜ ਅੱਖਾਂ ਨਾਲ ਵੇਖ ਲਓ, ਆ ਜਿਹੜੀ ਕਰੋਨਾ ਨਾਮ ਦੀ ਬਿਮਾਰੀ ਆਈ ਆ, ਇਹ ਤਾਂ ਕੀੜੀ ਤੋਂ ਵੀ ਛੋਟਾ ਹੈ। ਇਸ ਨੂੰ ਤਾਂ ਅਸੀਂ ਗੁਰੂ ਪਿਆਰਿਓ ਨੰਗੀ ਅੱਖ ਨਾਲ ਦੇਖ ਹੀ ਨਹੀਂ ਸਕਦੇ, ਪਰ ਅੱਜ ਉਹਦੇ ਵਿੱਚ ਪਰਮੇਸ਼ਰ ਨੇ ਇੰਨੀ ਤਾਕਤ ਰੱਖ ਦਿੱਤੀ ਹੈ ਕਿ ਕਿਸ ਤਰ੍ਹਾਂ ਲੱਖਾਂ ਦੀ ਗਿਣਤੀ ਵਿੱਚ ਮਨੁੱਖਾਂ ਦਾ ਖਾਤਮਾ ਕਰਦਾ ਜਾ ਰਿਹਾ ਹੈ। ਤਾਂ ਇਹ ਹੈ ਪਰਮੇਸ਼ਰ ਦੀਆਂ ਖੇਡਾਂ। ਉਤਪਤ ਕਰਨ ਵਾਲਾ, ਪਾਲਣ ਵਾਲਾ ਤੇ ਸੰਹਾਰਨ ਵਾਲਾ ਉਹ ਆਪ ਹੈ। ਤਿੰਨ ਦੇਵਤਿਆਂ ਦਾ ਤਾਂ ਬਹਾਨਾ ਬਣਿਆ, ਇਹ ਬਿਮਾਰੀ ਦਾ ਤਾਂ ਬਹਾਨਾ ਬਣਿਆ। ਇਹ ਬਿਮਾਰੀ ਵੀ ਪਰਮੇਸ਼ਰ ਨੇ ਆਪ ਹੀ ਪੈਦਾ ਕਰਕੇ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾ ਦੇ ਮਹਾਵਾਕ ਅਨੁਸਾਰ ਮਾਨੋ ਸ਼ੁਰੂ ਕੀਤੀ ਹੈ। ਇਹ ਵੀ ਉਹਦੀ ਖੇਡ ਹੈ। ਜੇ ਸਥਾਨ ਬੈਸੇ ਜਗ ਰਾਈ, ਤਹ ਪਹੁੰਚੇ ਸਿੱਖਨ ਸੁਖਦਾਈ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਐਸੇ ਸੁੰਦਰ ਸਰੂਪ ਪਰਮੇਸ਼ਰ ਦੇ ਸਾਹਮਣੇ ਸਿੱਖਾਂ ਨੂੰ ਸੁੱਖ ਦੇਣ ਵਾਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹੁੰਚ ਗਏ ਜੀ। ਡੰਡੌਤ ਜੋਰ ਜੁਗ ਹਾਥਾ, ਠਾਂਡੇ ਪੁਨ ਬੇਦੀ ਕੋਲ ਨਾਥਾ। ਔਰ ਜਾ ਦੋਨੇ ਹੱਥ ਬੰਨ ਕੇ ਡੰਡੌਤ ਬੰਦਨਾ ਕਰਕੇ ਨਮਸਕਾਰ ਕਰਦੇ ਹਨ।
ਮੰਦ ਮੰਦ ਸ੍ਰੀ ਮੁਖ ਮੁਸਕਾਵਨ ਮਿਰਦਲ ਮਦਰ ਬੋਲੇ ਬਾਚ ਪਾਵਨ। ਔਰ ਅਕਾਲ ਪੁਰਖ ਜੀ ਦਾ ਉਹ ਸੁੰਦਰ ਸਰੂਪ ਥੋੜਾ ਥੋੜਾ ਮੁਸਕਰਾਉਂਦਾ ਹੋਇਆ ਮਿੱਠੇ ਬਚਨਾਂ ਵਿੱਚ ਕੀ ਬੋਲਦਾ ਹੈ? ਜਗ ਪ੍ਰਗਟੀ ਕਲ ਕਾਲ ਕੁਚਾਲੀ ਮਨੋ ਲਗੀ ਦੇ ਜਵਾਲ ਵਿਸਾਲੀ। ਔਰ ਕਹਿੰਦੇ ਹਨ ਨਾਨਕ ਇਹ ਕਲਯੁਗ ਦੇ ਵਿੱਚ ਬੜੀ ਹੀ ਕੁਟਲ ਚਾਲ ਚੱਲੀ ਜਾ ਰਹੀ ਹੈ, ਕੁਚਾਲੀ ਦੁਨੀਆ ਚੱਲ ਰਹੀ ਹੈ। ਮਨੋ ਲੱਗੀ ਮਾਨੋ ਜਿਵੇਂ ਦਾਉ ਜਵਾਲ, ਜੰਗਲ ਨੂੰ ਅੱਗ ਲੱਗੀ ਹੁੰਦੀ ਹੈ ਦਾਵਾ ਨਾਲ ਅਗਨੀ, ਇਉਂ ਲੋਕਾਂ ਨੂੰ ਐਸੀ ਈਰਖਾ ਦੁਈ ਦਵੈਤ ਵਿਸ਼ੇ ਵਿਕਾਰਾਂ ਦੀ ਮਾਨੋ ਕਲਯੁਗ ਦੀ ਭਿਆਨਕ ਅੱਗ ਲੱਗੀ ਹੈ। ਵਿਸ਼ੈ ਵਿਖੈ ਹੈ ਲਪਟ ਅਧੀਰਾ ਵੱਡੇ ਭੇਗ ਸੋ ਬਹੀ ਸਮੀਰਾ। ਔਰ ਜਿਵੇਂ ਹਨੇਰੀ ਚੱਲਦੀ ਹੋਵੇ ਤੇਜ, ਇਸੇ ਤਰ੍ਹਾਂ ਲੋਕਾਂ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਤੇਜ ਹਨੇਰੀ ਚੱਲ ਰਹੀ ਹੈ। ਦੰਭ ਮੋਹ ਤੇ ਆਦ ਵਿਕਾਰਾ ਲਾਟੈ ਅਤ ਵਿਕਰਾਲ ਅਪਾਰਾ। ਔਰ ਦੁਨੀਆ ਦੇ ਵਿੱਚ ਦੰਭ ਹੁੰਦਾ ਠੱਗੀਆਂ ਮਾਰਨੀਆਂ, ਪਖੰਡ ਕਰਨੇ, ਡਾਕੇ ਮਾਰਨੇ, ਮੋਹ ਮਮਤਾ ਵਿੱਚ ਫਸੇ ਹੋਏ, ਵਿਕਾਰਾਂ ਵਿੱਚ ਫਸੇ ਹੋਏ ਲੋਕ ਮਾਨੋ ਦੰਭ ਦੀਆਂ ਮੋਹ ਮਮਤਾ ਦੀਆਂ ਲਾਟਾਂ ਭਿਆਨਕ ਨਿਕਲ ਰਹੀਆਂ ਜਿਵੇਂ ਭਾਂਬੜ ਨਿਕਲਦੀ ਅੱਗ ਦੇ। ਮਨੁੱਖ ਦੇ ਅੰਦਰ ਇਸ ਤਰ੍ਹਾਂ ਦੀ ਬਿਰਤੀ ਅੱਜ ਕਲਯੁਗ ਦੇ ਵਿੱਚ ਪੈਦਾ ਹੋ ਚੁੱਕੀ ਹੈ। ਮਾਨਵ ਬ੍ਰਿੰਦਾ ਜਰਤ ਪੁਕਾਰਤ ਪਾਏ ਤਾਪ ਪੀਰਾ ਨਰ ਆਰਤ। ਅੱਜ ਮਾਨਵਤਾ ਜਿਹੜੀ ਹੈ ਸਾਰੀ ਸੜ ਰਹੀ ਹੈ। ਇਹ ਉਹ ਸਮਾਂ ਸੀ ਜਦੋਂ ਗੁਰੂ ਨਾਨਕ ਦੇਵ ਜੀ ਆਏ। ਅੱਜ 500 ਸਾਲ ਬਾਅਦ ਫਿਰ ਉਸੇ ਤਰ੍ਹਾਂ ਕਰੋਨਾ ਦੀ ਬਿਮਾਰੀ ਨੇ ਦੁਨੀਆ ਨੂੰ ਉਸੇ ਭਿਆਨਕ ਦੌਰ ਦੇ ਵਿੱਚ ਲੈ ਆਂਦਾ ਹੈ ਤੇ ਅੱਜ ਦੁਨੀਆ ਤਰਾਹ ਤਰਾਹ ਕਰ ਰਹੀ ਹੈ। ਜਿਹੜੀ ਦੁਨੀਆ ਨੂੰ ਰੱਬ ਭੁੱਲਿਆ ਹੋਇਆ ਸੀਗਾ ਅੱਜ ਕਹਿੰਦੀ ਆ ਕਿੱਥੇ ਆ ਰੱਬ, ਅੱਜ ਸਾਨੂੰ ਬਚਾ ਆ ਕੇ, ਕਿੱਥੇ ਆ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਨੂੰ ਬਚਾਓ। ਉਹ ਤਾਂ ਬਚਾਉਣ ਵਾਸਤੇ ਆਪ ਆਏ ਸੀ, ਉਹ ਤਾਂ ਆਪ ਬੇਨਤੀਆਂ ਸਾਡੇ ਪਿੱਛੇ ਕਰਦੇ ਸੀ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਭਰੈ ਤਿੱਤੈ ਲਿਹੋ ਉਭਾਰ। ਪਰ ਮਾਤ ਲੋਕ ਦੇ ਲੋਕਾਂ ਨੇ ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਐਸੇ ਸ਼ਬਦਾਂ ਦੇ ਨਾਲ ਉਚਾਰਨ ਕੀਤਾ। ਕੋਈ ਆਖੇ ਆਦਮੀ ਨਾਨਕ ਵਿਚਾਰਾ। ਔਰ ਉਸ ਤੋਂ ਬਾਅਦ ਇਹਨਾਂ ਪਿਛਲੇ ਕੁਝ ਸਾਲਾਂ ਦੇ ਵਿੱਚ, ਪਿਛਲੀ ਇੱਕ ਸਦੀ ਦੇ ਵਿੱਚ ਦਾ ਜਾਂ ਇਹਨਾਂ 10 15 20 ਸਾਲਾਂ ਦੇ ਵਿੱਚ, 40 ਸਾਲਾਂ ਦੇ ਵਿੱਚ ਕੀ ਹੋਇਆ, ਅੱਧੀ ਕੁ ਸਦੀ ਦੇ ਵਿੱਚ ਲੋਕਾਂ ਨੇ ਧਰਮ ਨੂੰ ਮਖੌਲ ਬਣਾ ਕੇ ਰੱਖਿਆ ਹੋਇਆ ਸੀਗਾ ਔਰ ਅਨੇਕਾਂ ਹੀ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ